ਦੋਸਤੋ ਅੱਜ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਜਿਹੜੀ ਕੱਲ ਪ੍ਰਾਈਮ ਮਿਨਿਸਟਰ ਮੋਦੀ ਜੀ ਦੀ ਵਿਜ਼ਿਟ ਸੀ ਪੰਜਾਬ। ਬੜੇ ਅਫਸੋਸ ਦੀ ਗੱਲ ਹੈ ਕਿ ਕੱਲ ਜਿਹੜੇ ਸਾਡੇ ਚੀਫ ਮਿਨਿਸਟਰ ਹੈ ਭਗਵੰਤ ਸਿੰਘ ਮਾਨ, ਉਹਨਾਂ ਨੇ ਬਹੁਤ ਤਾਰੀਫਾਂ ਦੇ ਪੁੱਲ ਬੰਨੇ, ਬਲਕਿ ਉਹ ਵੀ ਜਿਹੜਾ ਪਿਛਲੇ 5 ਜਨਵਰੀ ਦਾ ਉਹਨਾਂ ਦਾ ਟੂਰ ਸੀਗਾ ਉਹਦੀ ਲਗਭਗ ਮਾਫੀ ਮੰਗ ਲਈ ਉਹਨਾਂ ਤੋਂ। ਹਾਲਾਂਕਿ ਉਸ ਵਕਤ ਤੁਹਾਨੂੰ ਪਤਾ ਕਿ ਕਿਸਾਨ ਅੰਦੋਲਨਕਾਰੀਆਂ ਦੇ ਕਰਕੇ ਪ੍ਰਾਈਮ ਮਿਨਿਸਟਰ ਨੂੰ ਪੰਜਾਬ 'ਚੋਂ ਵਾਪਸ ਜਾਣਾ ਪਿਆ ਸੀ, ਕਿਉਂਕਿ MSP ਦੀ ਲੜਾਈ ਗਹਿ ਗੱਚ ਚੱਲ ਰਹੀ ਸੀ। ਮੇਰਾ ਇਹ ਮੰਨਣਾ ਕਿ ਜਦੋਂ ਪ੍ਰਾਈਮ ਮਿਨਿਸਟਰ ਕਿਸੇ ਸਟੇਟ ਵਿੱਚ ਆਉਂਦਾ, ਉਸ ਸਟੇਟ ਦੇ ਮੁੱਖ ਮੰਤਰੀ ਦੇ ਵਿੱਚ ਇੰਨੀ ਜੁਰਤ ਹੋਣੀ ਚਾਹੀਦੀ ਹੈ ਕਿ ਜਿਹੜੇ ਉਸ ਸਟੇਟ ਨਾਲ ਤਾਲੁਕ ਰੱਖਣ ਵਾਲੇ ਮਸਲੇ ਆ ਉਹ ਜਨਤਕ ਤੌਰ ਤੇ ਉਹਦੇ ਚਿਹਰੇ ਦੇ ਸਾਹਮਣੇ, ਉਹਨਾਂ ਦੇ ਮੀਡੀਆ ਦੇ ਸਾਹਮਣੇ, ਪ੍ਰਾਈਮ ਮਿਨਿਸਟਰ ਦੇ ਸਾਹਮਣੇ ਰੱਖ ਸਕੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਲੋਕਾਂ ਦੀ ਭਾਵਨਾ ਕੀ ਹੈ। ਕੱਲ ਉਹਨਾਂ ਨੂੰ ਚਾਹੀਦਾ ਸੀ ਭਗਵੰਤ ਸਿੰਘ ਮਾਨ ਨੂੰ ਕਿ ਜਿਹੜੇ ਪੰਜਾਬ ਨਾਲ ਹਾਲ ਹੀ ਵਿੱਚ ਹੋਏ ਵਿਤਕਰੇ ਨੇ, ਜਿੱਦਾਂ ਮਿਸਾਲ ਦੇ ਤੌਰ ਤੇ ਸਾਡੇ ਚੰਡੀਗੜ੍ਹ ਦੇ ਹਕੂਕ ਤੇ ਡਾਕਾ ਮਾਰਿਆ ਕੇਂਦਰ ਸਰਕਾਰ ਨੇ, ਸਾਡੇ ਸਾਰੇ EMPLOYEES ਨੂੰ ਆਪਣੇ ਅਧੀਨ ਕਰ ਲਿਆ, ਇੱਥੋਂ ਤੱਕ ਕਿ ਹੋਮ ਮਿਨਿਸਟਰ ਨੇ ਇਜਾਜ਼ਤ ਦਿੱਤੀ ਕਿ ਹਰਿਆਣਾ ਆਪਣੀ ਅਲੱਗ ਵਿਧਾਨ ਸਭਾ ਸਾਡੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਬਣਾਉਣ ਵਾਸਤੇ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਹੈ। ਇਹ ਸਾਡਾ ਸ਼ਹਿਰ ਆ, ਇਹ ਸਾਡੇ ਪੰਜਾਬ ਵਿੱਚ ਬਣਿਆ ਸੀਗਾ। ਕੁੱਲ ਟੋਟਲ ਖਰੜ ਤਹਿਸੀਲ ਦੇ ਜਿੰਨੇ ਪੰਜਾਬੀ ਬੋਲਦੇ ਪਿੰਡ ਸੀਗੇ ਉਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ। ਉਹਦੇ 'ਚ 1 ਇੰਚ ਵੀ ਹਿੰਦੀ ਸਪੀਕਿੰਗ ਏਰੀਆ ਨਹੀਂ ਸੀਗਾ, ਉਹਦੇ 'ਚ ਹਰਿਆਣੇ ਦਾ ਕੋਈ ਅਧਿਕਾਰ ਨਹੀਂ ਸੀਗਾ। ਪਰ ਅਨਫੋਰਚੂਨੇਟਲੀ ਉਸ ਵਕਤ ਦੀਆਂ ਸਰਕਾਰਾਂ ਨੇ ਇੱਕ ਤਰਫਾ ਅਵਾਰਡ ਕਰਕੇ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਉਹਦੀ ਲੜਾਈ ਆਪਾਂ ਅਰਸੇ ਤੋਂ ਲੜੀ ਜਾਂਦੇ ਆ ਔਰ ਲੜਦੇ ਰਹਾਂਗੇ ਜਦ ਤੱਕ ਚੰਡੀਗੜ੍ਹ ਸਾਨੂੰ ਮਿਲ ਨਹੀਂ ਜਾਵੇਗਾ। ਤੇ ਇਹਨਾਂ ਨੇ ਚੰਡੀਗੜ੍ਹ ਦੀ ਗੱਲ ਨਹੀਂ ਕੀਤੀ। ਇਸ ਤੋਂ ਬਾਅਦ BBMP ਦਾ ਸਾਡਾ ਜਿਹੜਾ ਅਧਿਕਾਰ ਸੀ, ਜਿਹੜਾ ਪੰਜਾਬ ਦਾ ਰਿਪਰੈਜ਼ੈਂਟੇਸ਼ਨ ਸੀਗੀ, ਕੇਂਦਰ ਨੇ ਉਹ ਰਿਪਰੈਜ਼ੈਂਟੇਸ਼ਨ ਪੰਜਾਬ ਤੋਂ ਖੋਹ ਲਈ ਔਰ ਆਪਣੇ ਅਧੀਨ ਡਾਇਰੈਕਟਲੀ ਕਰਨ ਦਾ ਜਿਹੜਾ ਉਹਨਾਂ ਦਾ ਇੱਕ ਕਦਮ ਸੀਗਾ। ਇਸ ਬਾਰੇ ਭਗਵੰਤ ਮਾਨ ਨੂੰ ਪ੍ਰਾਈਮ ਮਿਨਿਸਟਰ ਮੋਦੀ ਦੇ ਸਾਹਮਣੇ ਰੱਖਣੀ ਚਾਹੀਦੀ ਸੀ ਗੱਲ ਕਿ ਕਿ ਤੁਸੀਂ ਸਾਡਾ BBMP ਜਿਹੜਾ ਕਿ ਅਗੇਨ ਪੰਜਾਬ ਨੇ ਬਣਾਇਆ ਸੀਗਾ, ਤੁਹਾਨੂੰ ਸਭ ਨੂੰ ਯਾਦ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹ ਪੰਜਾਬ ਨੇ ਬਣਾਇਆ, ਪੰਜਾਬ ਦੀ ਧਰਤੀ ਤੇ ਬਣਿਆ ਸੀਗਾ। ਤੇ ਇਹ ਜਿਹੜੇ ਸਾਡੇ ਦਰਿਆ ਨੇ, ਇਹ ਸਾਡੇ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਦੇ ਮੁਤਾਬਕ ਇਹ ਸਿਰਫ ਸਿੰਗਲ ਸਟੇਟ ਦਰਿਆ ਨੇ। ਤਿੰਨੇ ਦਰਿਆ ਜਿਹੜੇ ਇਸ ਵਕਤ ਆਪਣੇ ਕੋਲ ਨੇ ਨਾ, ਸਤਲੁਜ, ਬਿਆਸ ਔਰ ਰਾਵੀ, ਇਹਨਾਂ ਦਾ ਕਿਸੇ ਹੋਰ ਸਟੇਟ ਤੇ ਇਹਨਾਂ ਦਾ ਅਧਿਕਾਰ ਨਹੀਂ, ਕਿਉਂਕਿ ਕਿਸੇ ਹੋਰ ਸਟੇਟ ਨੂੰ ਟੱਚ ਨਹੀਂ ਕਰਦਾ ਇਹਨਾਂ ਦਾ ਪਾਣੀ। ਸਾਨੂੰ ਉਹ ਗੱਲ ਰੱਖਣੀ ਚਾਹੀਦੀ ਸੀ। BSF ਦਾ ਦਾਇਰਾ ਪਿੱਛੇ ਜੇ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਸ਼ਾਇਦ 50 ਕਿਲੋਮੀਟਰ ਅੰਦਰ ਬਾਰਡਰਾਂ ਤੱਕ ਲਿਆਂਦਾ। ਕਿਸੇ ਨੂੰ ਸਰਚ ਕਰ ਸਕਦੇ ਨੇ, ਕਿਸੇ ਨੂੰ ਗ੍ਰਿਫਤਾਰ ਕਰ ਸਕਦੇ ਨੇ। ਸਾਡੇ ਹੋਮ ਡਿਪਾਰਟਮੈਂਟ ਦੇ ਸਿੱਧਾ ਇਹ ਵੱਡਾ ਡਾਕਾ ਸੀਗਾ ਔਰ ਇਹਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਮਸਲਾ ਭਖਿਆ ਹੋਇਆ। ਕੱਲ ਵੀ ਸਾਨੂੰ ਸਾਰੇ ਪੰਜਾਬ ਦੇ ਵਿੱਚ MLAs ਨੂੰ ਜਿਹੜੀ ਰਿਪਰੈਜ਼ੈਂਟੇਸ਼ਨਾਂ ਦੇ ਕੇ ਗਏ ਨੇ, ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਰੱਖਣ ਦੀ ਤਾਂ ਕੋਈ ਤੁੱਕ ਹੀ ਨਹੀਂ ਬਣਦੀ। ਔਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਤਾਂ ਫਾਈਲ ਅਰਵਿੰਦ ਕੇਜਰੀਵਾਲ ਦੇ ਕੋਲ ਪਈ ਹੋਈ ਹੈ, ਕਿਉਂਕਿ ਜੇਲ੍ਹ ਡਿਪਾਰਟਮੈਂਟ ਅਰਵਿੰਦ ਕੇਜਰੀਵਾਲ ਦੇ ਕੋਲ ਹੈ। ਪੁਲਿਸ ਹੈ ਨਹੀਂ ਕਿ ਦਿੱਲੀ ਦੀ, ਲੇਕਿਨ ਜੇਲ੍ਹ ਡਿਪਾਰਟਮੈਂਟ ਅਰਵਿੰਦ ਕੇਜਰੀਵਾਲ ਦਾ। ਔਰ ਕੁਝ ਸਿੰਘ ਜਿਹੜੇ ਬੰਦੀ ਨੇ ਉਹ ਦੂਸਰੀਆਂ ਦੇਸ਼ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਨੇ, 30-32 ਸਾਲ ਕੈਦ ਕੱਟ ਚੁੱਕੇ ਨੇ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਬਲਕਿ ਮੈਂ ਤਾਂ ਕਹੂੰਗਾ ਕਿ ਚੀਫ ਮਿਨਿਸਟਰ ਨੂੰ ਉੱਥੇ ਕਹਿਣਾ ਚਾਹੀਦਾ ਸੀ ਇਕੱਲੇ ਬੰਦੀ ਸਿੰਘਾਂ ਦੀ ਨਹੀਂ, ਜਿਹੜੇ ਕੋਈ ਹਿੰਦੂ, ਜੇ ਕੋਈ ਮੁਸਲਮਾਨ, ਜੇ ਕੋਈ ਈਸਾਈ, ਕੋਈ ਵੀ ਹੋਰ ਇਸ ਤਰ੍ਹਾਂ ਦਾ ਕੈਦੀ ਹੈ ਜਿਹੜਾ ਆਪਣੀ ਸਜ਼ਾ ਪੂਰੀ ਕਰ ਚੁੱਕਾ ਵਾ, ਉਹਨਾਂ ਦੀ ਰਿਹਾਈ ਦਾ ਮਸਲਾ ਭਗਵੰਤ ਸਿੰਘ ਮਾਨ ਨੂੰ ਡਾਇਰੈਕਟਲੀ ਚੀਫ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਕਹਿਣਾ ਚਾਹੀਦਾ ਸੀਗਾ। ਔਰ ਡੈਮ ਸੇਫਟੀ ਐਕਟ, ਬਹੁਤੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਜਿਹੜਾ ਪਾਰਲੀਮੈਂਟ ਨੇ 2021 ਚ ਡੈਮ ਸੇਫਟੀ ਐਕਟ ਪਾਸ ਕੀਤਾ, ਉਹਦੇ ਨਾਲ ਉਹ ਸਾਰੇ ਦਰਿਆਵਾਂ ਦਾ ਤੇ ਡੈਮਸ ਦਾ ਕੰਟਰੋਲ ਕੇਂਦਰ ਸਰਕਾਰ ਆਪਣੇ ਕੋਲ ਲੈ ਕੇ ਜਾ ਰਹੀ। ਕੁੱਲ ਮਿਲਾ ਕੇ ਜੋ ਪਿਛਲੇ ਕੁਝ ਸਾਲਾਂ ਦੇ ਵਿੱਚ ਹੋ ਰਿਹਾ ਵਾ, ਇਹ ਪੰਜਾਬ ਦੀ ਆਟੋਨਮੀ ਤੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਔਰ ਜਿਹੜਾ ਫੈਡਰਲ ਸਟਰਕਚਰ ਉਹਦੇ ਤੇ ਸਿੱਧਾ ਡਾਕਾ ਕਹਿ ਲਓ, ਉਹਨੂੰ ਹਥਿਆ ਰਹੇ ਨੇ। ਕੇਂਦਰ ਸਾਡੇ ਕੋਲੋਂ ਸਾਡੇ ਜਿਹੜੇ ਅਧਿਕਾਰ ਆ ਉਹ ਕੇਂਦਰ ਸਰਕਾਰ ਲਗਾਤਾਰ ਇੱਕ ਕਰਕੇ ਸਾਡੇ ਅਧਿਕਾਰਾਂ ਨੂੰ ਖੋਹ ਰਿਹਾ। ਇਹ ਕਿੱਡਾ ਵੱਡਾ ਮਸਲਾ ਵਾ ਜਿਹਦੇ ਕਰਕੇ ਸਾਡਾ ਮਸਲਾ ਜਿਹੜਾ ਸਾਰੇ ਪੰਜਾਬ ਦੀਆਂ ਜਿਹੜੇ ਮੁਸ਼ਕਲਾਤਾਂ ਨੇ ਉਹ ਬਹੁਤ ਵੱਧ ਰਹੀਆਂ ਨੇ। ਔਰ ਇਹਦੇ ਨਾਲ ਮਿਨੀਮਮ ਸਪੋਰਟ ਪ੍ਰਾਈਸ ਜੋ ਕਿਸਾਨਾਂ ਨੇ ਏਡਾ ਵੱਡਾ ਧਰਨਾ ਲਾਇਆ, 1.25 ਸਾਲ ਚੱਲਿਆ, ਆਪਾਂ ਸਭ ਗਏ, ਉੱਥੇ 600-700 ਬੰਦਾ ਮਰ ਗਿਆ। ਉਹਦੇ ਜਿਹੜੀ ਕਮਿਟਮੈਂਟ BJP ਨੇ ਉਸ ਵਕਤ ਧਰਨਾ ਉਠਾਉਣ ਲੱਗੇ ਕਈ, ਉਹ ਹੁਣ ਸਾਰੀਆਂ ਕਮਿਟਮੈਂਟਸ ਤੋਂ BJP ਭੱਜ ਰਹੀ ਹੈ। ਉਹਨਾਂ ਨੇ ਤੁਸੀਂ ਦੇਖਿਆ ਹੋਵੇਗਾ ਕਿ MSP ਦੀ ਕਮੇਟੀ ਬਣਾਈ ਆ,
26 ਮੈਂਬਰੀ, ਉਹਦੇ ਚ ਪੰਜਾਬ ਨੂੰ ਰਿਪਰੈਜ਼ੈਂਟੇਸ਼ਨ ਹੀ ਨਹੀਂ ਦਿੱਤੀ। ਭਗਵੰਤ ਸਿੰਘ ਮਾਨ, ਤੁਹਾਨੂੰ ਇਹ ਤਾਂ ਕਹਿਣਾ ਚਾਹੀਦਾ ਸੀਗਾ ਕਿ ਤੁਸੀਂ ਪੰਜਾਬ ਸਭ ਤੋਂ ਵੱਡਾ ਐਗਰੀਰੀਅਨ ਇੱਕ ਸਟੇਟ ਆ, ਸਭ ਤੋਂ ਖੇਤੀ ਪ੍ਰਧਾਨ ਸੂਬਾ ਦੇਸ਼ ਦਾ, ਤੇ ਤੁਸੀਂ ਸਾਨੂੰ ਪੁੱਛਿਆ ਨਹੀਂਗਾ ਕਿ ਐਮਐਸਪੀ ਦੇ ਵਿੱਚ ਤੁਹਾਡਾ ਕੋਈ ਰਾਏ ਹੈ ਕਿ ਨਹੀਂ ਹੈ। ਔਰ ਤੁਸੀਂ ਗੈਰ ਜਿਹੜੇ ਹੱਥ ਠੋਕੇ ਸੀ ਸਾਰੇ ਬੀਜੇਪੀ ਤੇ ਆਰਐਸਐਸ ਦੇ, ਤੁਸੀਂ ਉਹਨਾਂ ਨੂੰ ਕਮੇਟੀ 'ਚ ਪਾ ਲਿਆ। ਐਸਕੇਐਮ ਨੇ ਉਸ ਦਾ ਬਾਇਕਾਟ ਕੀਤਾ, ਅਸੀਂ ਸਾਰਿਆਂ ਨੇ ਉਸ ਦਾ ਬਾਇਕਾਟ ਕੀਤਾ, ਤੇ ਭਗਵੰਤ ਸਿੰਘ ਮਾਨ ਨੇ ਇਸ ਗੱਲ ਤੇ ਗੱਲ ਨਹੀਂ ਕੀਤੀ। ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ, ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੁਣ ਪਾਰਲੀਮੈਂਟ 'ਚ ਇੰਟਰੋਡਿਊਸ ਹੋਇਆ, ਇਹਦੇ ਨਾਲ ਕੇਂਦਰ ਸਰਕਾਰ ਕੋਲ ਸਾਰੇ ਅਧਿਕਾਰ ਚਲੇ ਗਏ ਨੇ। ਸਾਡਾ ਜਿਹੜਾ ਪਾਵਰ ਸੈਕਟਰ ਹੈ ਨਾ, ਉਹ ਹੁਣ ਉੱਥੋਂ ਦਿੱਲੀੋਂ ਬੈਠੇ ਚਲਾਉਣਗੇ, ਜਿਹੜੇ ਮਰਜ਼ੀ ਰੈਗੂਲੇਟਰਸ ਅਪਾਇੰਟ ਕਰਨਗੇ। ਸਾਰੇ ਪ੍ਰਾਈਵੇਟ ਪਲੇਅਰਸ ਨੂੰ ਅਡਾਨੀਆਂ ਤੇ ਅੰਬਾਨੀਆਂ ਨੂੰ ਸਾਰੀਆਂ ਸਟੇਟਾਂ ਦੇ ਵਿੱਚ ਪਾਵਰ ਸੈਕਟਰ ਦੇ ਵਿੱਚ ਵਾੜਨ ਜਾ ਰਹੀ ਬੀਜੇਪੀ ਦੀ ਸਰਕਾਰ। ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਇੱਕ ਵੱਡਾ ਇਸ਼ੂ ਸੀਗਾ ਜਦੋਂ ਕਿਸਾਨ ਅੰਦੋਲਨ ਦਾ ਸਮਝੌਤਾ ਹੋਇਆ ਐਸਕੇਐਮ ਦਾ ਤੇ ਬੀਜੇਪੀ ਦਾ ਸਰਕਾਰ ਦਾ ਕਿ ਅਸੀਂ ਇਸ ਨੂੰ ਇੰਟਰੋਡਿਊਸ ਨਹੀਂ ਕਰਾਂਗੇ, ਲੇਕਿਨ ਉਹਨਾਂ ਨੇ ਕਰ ਦਿੱਤਾ ਹੈ। ਔਰ ਪੰਜਾਬ, ਲੈਟ ਮੀ ਟੈਲ ਯੂ, ਸਾਡਾ ਪੀਐਸਪੀਸੀਐਲ ਇਹਦੀ 100% ਡਿਸਟ੍ਰੀਬਿਊਸ਼ਨ, 100% ਜਿਹੜੀ ਇਲੈਕਟ੍ਰੀਫਿਕੇਸ਼ਨ ਹੈ, ਖੰਭੇ ਲਾਉਣੇ, ਲਾਈਨਾਂ ਖੜੀਆਂ ਕਰਨੀਆਂ, ਬਿਜਲੀ ਸਪਲਾਈ ਕਰਨੀ, ਇੱਕ ਪੈਸਾ ਵੀ ਕਿਸੇ ਪ੍ਰਾਈਵੇਟ ਪਲੇਅਰ ਨੇ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਇਹ ਸਿਰਫ ਉਹਨਾਂ ਸਟੇਟਾਂ ਵਿੱਚ ਹੋ ਸਕਦਾ ਸੀਗਾ ਜਿੱਥੇ ਪ੍ਰਾਈਵੇਟ ਪਲੇਅਰਸ ਨੇ ਕੋਈ ਯੋਗਦਾਨ ਪਾਇਆ। ਹਲੇ ਮੇਰਾ ਖਿਆਲ ਸ਼ਾਇਦ 11 ਸੂਬੇ ਇਸ ਤਰ੍ਹਾਂ ਨੇ ਜਿੱਥੇ 100% ਇਲੈਕਟ੍ਰੀਫਿਕੇਸ਼ਨ ਨਹੀਂ ਹੈ ਦੇਸ਼ ਦੇ ਵਿੱਚ, ਉੱਥੇ ਤਾਂ ਕਿਤੇ ਪ੍ਰਾਈਵੇਟ ਪਲੇਅਰਸ ਨੂੰ ਵਾੜ ਸਕਦੇ ਕਿਉਂਕਿ ਸਰਕਾਰਾਂ ਫੇਲ ਹੋ ਗਈਆਂ। ਲੇਕਿਨ ਪੰਜਾਬ ਨੇ ਸ਼ਾਇਦ ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਸਾਰੇ ਸੂਬੇ ਨੂੰ 100% ਇਲੈਕਟ੍ਰੀਫਾਈ ਕਰ ਚੁੱਕੇ ਹਾਂ। ਘਰ ਘਰ ਤੱਕ ਬਿਜਲੀ ਪਹੁੰਚ ਚੁੱਕੀ ਹੈ। 12-13-14 ਲੱਖ ਸਾਡਾ ਟਿਊਬਵੈਲ ਚੱਲ ਰਿਹਾ ਵਾ। ਆਪਾਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦੀ ਵੀ ਕੋਈ ਗੱਲ ਨਹੀਂ ਕੀਤੀ। ਔਰ ਜਿਹੜੇ ਮੁਕੱਦਮੇ ਹੋਏ ਕਿਸਾਨਾਂ ਦੇ ਅੰਦੋਲਨ ਤੇ, ਸਭ ਤੋਂ ਜ਼ਿਆਦਾ ਮੁਕੱਦਮੇ ਤਾਂ ਪੰਜਾਬ ਦੇ ਹੋਏ ਨਾ, ਕਿਉਂਕਿ ਸਭ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਦੀ ਸੀਗੀ। 40,000 ਮੁਕੱਦਮਾ ਸਾਰੇ ਦੇਸ਼ ਦੇ ਵਿੱਚ ਹੋਇਆ ਵਾ। ਜਿਹੜਾ ਬੀਜੇਪੀ ਨੇ ਕਿਹਾ ਸੀ ਅਸੀਂ ਮੁਕੱਦਮਾ ਅੰਦੋਲਨ ਦੇ ਦੌਰਾਨ ਵਾਪਸ ਲਵਾਂਗੇ, ਆਪਾਂ ਉਹਦੀ ਵੀ ਗੱਲ ਨਹੀਂ ਕੀਤੀ। ਆਪਾਂ ਸਿਰਫ ਬੱਲੇ ਬੱਲੇ ਕਰਕੇ। ਔਰ ਜਿਹੜੇ ਤੁਸੀਂ ਕੱਲ ਹੋਮੀ ਬਾਬਾ ਕੈਂਸਰ ਹਸਪੀਟਲ ਰਿਸਰਚ ਸੈਂਟਰ ਦੀ ਉਦਘਾਟਨ ਕਰਵਾਇਆ ਮੋਦੀ ਸਾਹਿਬ ਤੋਂ, ਇਹ ਸਾਰੇ ਜਾਣਦੇ ਨੇ ਕਿ 2013 ਵਿੱਚ ਡਾਕਟਰ ਮਨਮੋਹਨ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ ਸੀਗੀ। ਅਕਸਰ ਇਹ ਪਰਸੋਂ ਚੌਥ ਤਾਂ ਬਣ ਨਹੀਂ ਗਿਆ ਹਸਪੀਟਲ। ਅਗਰ ਇਹਦੇ ਤੇ ਫਰਜ਼ ਕਰੋ ਕੁਝ ਸੈਂਕੜੇ ਕਰੋੜ ਜਾਂ ਕੁਝ ਹਜ਼ਾਰ ਕਰੋੜ ਰੁਪਏ ਖਰਚ ਆਇਆ ਵਾ, ਉਹਦੀ ਬਜਟ ਐਲੋਕੇਸ਼ਨ ਤਾਂ ਫਿਰ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਹੋਊਗੀ, ਤਾਂ ਹੀ ਉਹ ਬਣਨਾ ਸ਼ੁਰੂ ਹੋਇਆ ਨਾ। ਔਰ ਪ੍ਰਾਈਮ ਮਿਨਿਸਟਰ ਸਾਹਿਬ ਤੇ ਵੀ ਬੜਾ ਹੈਰਾਨ ਆ, ਉਹਨਾਂ ਨੂੰ ਡਾਕਟਰ ਮਨਮੋਹਨ ਸਿੰਘ ਦਾ ਜ਼ਿਕਰ ਕਰਨਾ ਚਾਹੀਦਾ ਸੀਗਾ। ਥੋੜਾ ਫਰਾਕ ਦਿਲੀ ਦਿਖਾਉਣੀ ਚਾਹੀਦੀ ਸੀ, ਵੱਡਾ ਦਿਲ ਦਿਖਾਉਣਾ ਚਾਹੀਦਾ ਸੀਗਾ, ਹਾਂ ਕਿ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਅੱਜ ਅਸੀਂ ਇਸ ਨੂੰ ਮੁਕੰਮਲ ਕਰਕੇ ਤੇ ਲੋਕਾਂ ਦੇ ਵਾਸਤੇ ਖੋਲਣ ਜਾ ਰਹੇ ਹਾਂ। ਲੇਕਿਨ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਤੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਵੀ ਕੁਝ ਨਹੀਂ ਕਿਹਾ, ਕੋਈ ਜ਼ਿਕਰ ਨਹੀਂ ਕੀਤਾ। ਨਾ ਇਹਨਾਂ ਦਾ ਕੋਈ ਰੋਲ ਸੀ ਚੀਫ ਮਿਨਿਸਟਰ ਸਾਹਿਬ ਦਾ ਕੈਂਸਰ ਹਸਪੀਟਲ ਬਣਾਉਣ ਦੇ ਵਿੱਚ, ਨਾ ਬੀਜੇਪੀ ਦਾ ਕੋਈ ਰੋਲ ਸੀਗਾ। ਚਲੋ ਆਪਾਂ ਉਸ ਗੱਲ ਨੂੰ ਵੀ ਸਾਰੀ ਨੂੰ ਛੱਡ ਦਿੰਦੇ ਆ। ਪਰ ਜਿਹੜਾ ਇੱਕ ਪੋਲੀਟੀਕਲ ਸਟੇਟਸਮੈਨ ਹੁੰਦਾ ਕਿਸੇ ਸਟੇਟ ਦਾ, ਇਹ ਰੋਜ਼-ਰੋਜ਼ ਓਪਰਚੁਨਿਟੀਜ਼ ਨਹੀਂ ਆਉਂਦੀਆਂ। ਸਾਰਾ ਮੀਡੀਆ ਸੀ ਦੇਸ਼ ਦਾ, ਪ੍ਰਾਈਮ ਮਿਨਿਸਟਰ ਸਾਹਮਣੇ ਬੈਠਾ ਸੀਗਾ, ਤੁਹਾਨੂੰ ਸਾਰੀਆਂ ਗੱਲਾਂ ਖੁੱਲ੍ਹ ਕੇ ਕਹਿਣੀਆਂ ਚਾਹੀਦੀਆਂ ਸੀਗੀਆਂ ਕਿ ਆਹ ਸਾਡੀਆਂ ਸਿਆਸੀ ਮੰਗਾਂ ਨੇ ਪੰਜਾਬ ਦੀਆਂ, ਔਰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਤੁਸੀਂ ਜਿਹੜਾ ਹੈ ਛੇੜਛਾੜ ਕਰ ਰਹੇ ਹੋ, ਖਿਲਵਾੜ ਕਰ ਰਹੇ ਹੋ। ਇਹ ਤੁਸੀਂ ਸਾਰੀਆਂ ਮੰਗਾਂ ਸਾਡੀਆਂ ਔਨ ਰਿਕਾਰਡ ਲੈ ਕੇ ਆਓ। ਸਿਰਫ ਪੈਕੇਜ ਦੀ ਗੱਲ ਕਰਕੇ ਛੱਡ ਦਿੱਤੀ। ਪੈਕੇਜ ਤਾਂ ਆਪਾਂ ਮੰਗਤਿਆਂ ਵਾਲੀ ਗੱਲ ਹੋ ਗਈ ਨਾ। ਆਪਾਂ ਤਾਂ ਕਹਿੰਦੇ ਸੀਗੇ ਕਿ ਜੀ ਅਸੀਂ ਗਰੰਟੀਆਂ ਦੇਣ ਵਾਸਤੇ ਸਾਡੇ ਕੋਲ ਅਸੀਂ ਸ਼ਾਇਦ 20,000 ਕਰੋੜ ਰੁਪਈਆ ਗੈਰ ਕਾਨੂੰਨੀ ਮਾਈਨਿੰਗ ਚੋਂ ਕੱਢ ਲੈਣਾ, ਕੇਜਰੀਵਾਲ ਸਾਹਿਬ ਕਹਿੰਦੇ ਸੀਗੇ, ਤੇ 34,000 ਕਰੋੜ ਰੁਪਈਆ ਕਰਪਸ਼ਨ ਰੋਕ ਕੇ ਬਜਟ ਵਿੱਚੋਂ ਅਸੀਂ ਕੱਢ ਲੈਣਾ। ਹੁਣ ਆਪਾਂ ਰੋਜ਼ ਸਿਰਫ ਪੈਕੇਜ ਦੀ ਗੱਲ ਕਰਦੇ। ਠੀਕ ਹੈ, ਪੈਕੇਜ ਵੀ ਮੰਗੋ। ਤੁਹਾਨੂੰ ਤਾਂ ਕਿਸਾਨਾਂ ਦੀ ਆਤਮ ਹੱਤਿਆ ਦੀ ਗੱਲ ਰੱਖਣੀ ਚਾਹੀਦੀ ਸੀ। 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਕਿਸਾਨ ਦੇ ਉੱਤੇ, ਪੰਜਾਬ ਦਾ ਕਿਸਾਨ ਨਿਰੰਤਰ ਆਤਮ ਹੱਤਿਆ ਕਰ ਰਿਹਾ, ਆਪਾਂ ਨੂੰ ਉਹਦੀ ਗੱਲ ਰੱਖਣੀ ਚਾਹੀਦੀ ਸੀ। ਆਪਾਂ ਕੋਈ ਗੱਲ ਨਹੀਂ ਰੱਖੀ। ਆਪਾਂ ਅੰਦਰ ਬਹਿ ਕੇ ਕਮਰੇ ਵਿੱਚ ਕੀ ਗੱਲ ਕਰਕੇ ਉਹਨੇ, ਕਿਸੇ ਨੂੰ ਕੀ ਪਤਾ ਲੱਗਦਾ। ਇੱਥੇ ਤਾਂ ਪਤਾ ਲੱਗਣਾ ਸੀ ਤੁਹਾਡੇ 'ਚ ਕਿੰਨੀ ਜਾਨ ਹੈ ਕਿ ਹਾਂ ਵੀ ਆਪ ਸਾਡਾ ਲੀਡਰ ਹੈ ਪੰਜਾਬ ਦਾ, ਜਿਹੜਾ ਪ੍ਰਾਈਮ ਮਿਨਿਸਟਰ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਰਿਹਾ ਵਾ। ਆਪਾਂ ਗੱਲ ਹੀ ਨਹੀਂ ਕੀਤੀ ਕੋਈ ਵੀ। ਇਹਦਾ ਮਤਲਬ ਹੈ ਕਿ ਜਿਹੜੇ ਪੰਜਾਬ ਦੇ ਸਿਆਸੀ ਪੱਖ ਦੇ ਮਸਲੇ ਨੇ, ਮਾਨ ਸਾਹਿਬ ਤੁਸੀਂ ਸਿਰਫ ਸਟੇਜਾਂ ਤੇ ਚੱਕਣ ਜੋਗੇ ਹੋ, ਰੈਲੀਆਂ 'ਚ ਚੱਕਣ ਜੋਗੇ ਹੋ, ਤਾੜੀਆਂ ਮਰਵਾਉਣ ਜੋਗੇ ਹੋ। ਇਹਨਾਂ ਨੂੰ ਹੱਲ ਕਰਨ ਦਾ ਤੁਹਾਡਾ ਕੋਈ ਮਕਸਦ ਨਹੀਂ ਹੈ। ਕੋਈ ਤੁਹਾਡਾ ਇਸ ਨੂੰ ਇਹਦਾ ਪੁਖਤਾ ਤੇ ਸਥਾਈ ਹੱਲ ਸਾਡੀਆਂ ਮੰਗਾਂ ਦਾ ਨਿਕਲੇ, ਤੁਹਾਡਾ ਇਹਦਾ ਮਤਲਬ ਤੁਹਾਡਾ ਇਹਦੇ 'ਚ ਸੀਰੀਅਸਨੈਸ ਸਾਨੂੰ ਕਿਸੇ ਨੂੰ ਨਜ਼ਰ ਨਹੀਂ ਆਈ। ਇਹ ਬਿਲਕੁਲ ਤੱਥ ਨੇ। ਤੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਸਪੋਰਟਰਸ ਨੇ ਫੇਸਬੁੱਕ ਤੇ, ਮੈਂ ਨੋਟ ਵੀ ਦਿੰਦਾ ਹੁੰਦਾ ਕਿ ਸਾਡੇ ਵੀਡੀਓਜ਼ ਤੋਂ ਦੂਰ ਰਹੋ। ਮੈਂ ਆਪਣੇ ਬੱਚਿਆਂ ਨੂੰ ਸਾਰਾ ਕਹਿਣਾ ਚਾਹੁੰਦਾ, ਤੁਸੀਂ ਕਿਉਂ ਲੜਦੇ ਫਿਰਦੇ ਹੋ, ਗਾਲੀ ਗਲੋਚ ਕਰਨੇ, ਗਾਲਾਂ ਕੱਢਦੇ ਹੋ, ਗਾਲਾਂ ਖਾਂਦੇ ਹੋ, ਫॉर ਵਾਟ। ਰਾਜ ਸਭਾ ਦਾ ਦੇਤੀ ਅਸ਼ੋਕ ਮਿੱਤਲ ਨੂੰ ਤੇ ਸਨੀ ਅਰੋੜੇ ਨੂੰ, ਅਮੀਰਾਂ ਨੂੰ। ਜਿੰਨੇ ਭਰਤੀ ਕੀਤੇ ਜਾ ਰਹੇ ਨੇ ਸਾਰੇ ਗੈਰ ਪੰਜਾਬ ਤੋਂ, ਹਰਿਆਣਾ, ਰਾਜਸਥਾਨ ਤੋਂ ਲਿਆ ਕੇ। ਜਿਹੜਾ ਸੋਸ਼ਲ ਮੀਡੀਆ ਜਿਹਦੇ ਤੁਸੀਂ ਰੋਜ਼ ਲੜਦੇ ਹੋ,
ਉਹ ਸਾਰੇ ਸੋਸ਼ਲ ਮੀਡੀਆ ਤੇ ਜਿਹੜੀਆਂ ਟੀਮਸ ਹੈਗੀਆਂ ਨੇ ਉਹ ਦਿੱਲੀੋਂ ਲਿਆ ਕੇ ਉਹਨਾਂ ਨੇ ਬਿਠਾਤੀਆਂ ਸਾਡੇ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਦਫ਼ਤਰ ਸਰਕਾਰੀ ਸੈਕਟਰੀਏਟ ਦੇ ਵਿੱਚ। ਤੁਹਾਨੂੰ ਤਾਂ ਨਹੀਂ ਕਿਸੇ ਨੂੰ ਨੌਕਰੀ ਦਿੱਤੀ, ਲੱਖ ਲੱਖ ਰੁਪਏ ਦੀ ਨੌਕਰੀ ਆ ਉਹ। ਔਰ ਹੁਣ ਐਡਵੋਕੇਟ ਜਨਰਲ ਦਾ ਵਿਸਥਾਰ ਕੀਤਾ ਗਿਆ, ਦੂਜਿਆਂ ਨੂੰ ਬੜੀਆਂ ਝੇਡਾਂ ਕਰਦੇ ਸੀ ਜੀ, ਖਜ਼ਾਨਾ ਖਾਲੀ ਕਰਤਾ, ਖਜ਼ਾਨੇ ਨੂੰ ਲੁਟਾ ਰਹੇ ਨੇ ਇਹ, ਆਪਣੇ ਚਹੇਤਿਆਂ ਨੂੰ ਰੱਖ ਰਹੇ ਨੇ। ਬਹੁਤ ਸਾਰੇ ਐਡਵੋਕੇਟ ਜਨਰਲ ਆਫਿਸ ਵਿੱਚ ਇਦਾਂ ਦੇ ਨੇ ਜਿਹੜੇ ਕੱਲ ਤੱਕ ਕਾਂਗਰਸੀ ਸੀ, ਕੱਲ ਤੱਕ ਅਕਾਲੀ ਸੀਗੇ, ਉਹਨਾਂ ਨੂੰ ਨੁਮਾਇੰਦਗੀ ਮਿਲ ਗਈ ਆ। ਮੈਨੂੰ ਨਹੀਂ ਲੱਗਦਾ ਕਿ ਬਹੁਤੇ ਜਿਹੜੇ ਆਮ ਆਦਮੀ ਪਾਰਟੀ ਦੀ ਲੀਗਲ ਟੀਮ 'ਚ ਕੰਮ ਕਰਨ ਵਾਲੇ ਹੋਣਗੇ ਬੱਚੇ, ਜਿਨ੍ਹਾਂ ਨੇ ਪਿਛਲੇ 7-8 ਸਾਲ ਜਦੋਜਹਿਦ ਕੀਤੀ, ਉਹਨਾਂ ਨੂੰ ਫੇਅਰ ਰਿਪਰੈਜ਼ੈਂਟੇਸ਼ਨ ਉੱਥੇ ਵੀ ਨਹੀਂ ਮਿਲੀ ਹੈਗੀ। ਔਰ ਮੋਸਟ ਟੌਪ ਹੈਵੀ ਐਡਵੋਕੇਟ ਆਫਿਸ, ਐਡਵੋਕੇਟ ਜਨਰਲ ਆਫਿਸ। ਪਹਿਲੀ ਗੱਲ ਤਾਂ ਐਡਵੋਕੇਟ ਜਨਰਲ ਹੀ ਗਲਤ ਲਾਇਆ, ਜਿਹੜਾ ਲਾਇਆ ਉਹ ਡੇਰਾ ਸੱਚਾ ਸੌਦਾ ਦੇ ਸਾਹਿਬ ਦਾ ਵਕੀਲ ਲਾਤਾ। ਸਭ ਤੋਂ ਜ਼ਿਆਦਾ ਨਫਰੀ ਅੱਜ ਤੱਕ ਸ਼ਾਇਦ 200 ਤੋਂ ਪਾਰ ਹੋਵੇਗਾ ਸਰਕਾਰੀ ਵਕੀਲ, ਤੇ ਫਿਰ ਵੀ ਪ੍ਰਾਈਵੇਟ ਵਕੀਲ ਕਰਨਗੇ ਆਮ ਆਦਮੀ ਪਾਰਟੀ ਦੀ ਸਰਕਾਰ। ਦਿੱਲੀੋਂ ਸੁਪਰੀਮ ਕੋਰਟ ਦੇ ਕੇਸ ਲੜਨ ਵਾਸਤੇ ਵੱਡੇ ਵੱਡੇ ਜਿਹੜੇ ਵਕੀਲ ਹਨ ਉੱਥੇ ਬੈਠੇ, ਕਪਿਲ ਸਿੱਬਲ ਵਰਗੇ, ਪੀ ਚਿਦੰਬਰਮ ਵਰਗੇ, ਔਰ ਹੋਰ ਜਿਹੜੇ ਮੈਂ ਹੁਣ ਇੱਕਦਮ ਨਾਮ ਨਹੀਂ ਮੈਨੂੰ ਚੇਤੇ ਆ ਰਹੇ, ਉਹਨਾਂ ਨੂੰ ਲਿਆ ਕੇ ਉੱਥੇ ਵਕੀਲਾਂ ਨੂੰ ਹੋਰ ਲੱਖਾਂ ਰੁਪਏ ਦਿਹਾੜੀ ਦੇ 30-35 ਲੱਖ ਰੁਪਏ ਇੱਕ ਪੇਸ਼ੀ ਦਾ ਲੈਂਦੇ ਆ ਦਿੱਲੀ ਜਿਹੜੇ ਵਕੀਲ ਪੇਸ਼ ਹੁੰਦੇ। ਫਿਰ ਇਹ ਵੀ ਕਰਨਗੇ ਤੇ ਫਿਰ ਕਹਿੰਦੇ ਅਸੀਂ ਬਦਲਾਵ ਦੀ ਰਾਜਨੀਤੀ ਕਰਨੀ ਸੀ। ਮੈਨੂੰ ਤਾਂ ਕੋਈ ਬਦਲਾਵ ਓਨੈਸਟਲੀ ਸਪੀਕਿੰਗ ਕੋਈ ਨਜ਼ਰ ਨਹੀਂ ਆਇਆ। ਸਹੀ ਜਿਹੜੀ ਗੱਲ ਹੈ, ਬਿਲਕੁਲ ਜੈਨੂਅਨ ਤੇ ਅੱਜ ਸਵੇਰ ਦਾ ਟਾਈਮ ਹੈਗਾ ਵਾ। ਇਸ ਲਈ ਮੇਰੀ ਮਾਨ ਸਾਹਿਬ ਨੂੰ ਬੇਨਤੀ ਆ ਕਿ ਜਦ ਕਦੀ ਪਬਲਿਕ ਪਲੇਟਫਾਰਮ ਤੇ ਮੌਕਾ ਮਿਲਦਾ, ਤੁਹਾਨੂੰ ਪੰਜਾਬ ਦੀ ਗੱਲ ਨਿਡਰਤਾ ਨਾਲ ਔਰ ਬਿਲਕੁਲ ਜੁਰਤ ਦੇ ਨਾਲ ਇਹ ਤੁਹਾਨੂੰ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਰੱਖੇ। ਐਤਕੀ ਤੁਸੀਂ ਮਿਸ ਕਰ ਗਏ ਹੋ, ਅਗਲੀ ਵਾਰ ਜਦੋਂ ਆਉਣਗੇ ਤਾਂ ਤੁਹਾਡਾ ਇਹ ਫਰਜ਼ ਬਣਦਾ ਕਿ ਸਾਡੇ ਜਿਹੜੇ ਜਜ਼ਬਾਤ ਨੇ ਉਹ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਗੱਲ ਕਹੋ। ਅੱਗੇ ਪਿੱਛੇ ਗਈਆਂ ਇਹਦਾ ਮਤਲਬ ਫਿਰ ਤੁਹਾਡੇ 'ਚ ਜਾਨ ਨਹੀਂ, ਇਹਦਾ ਮਤਲਬ ਤੁਸੀਂ ਸਿਰਫ ਬਿਆਨ ਦੇਣ ਜੋਗੇ ਹੋ, ਅਖਬਾਰਾਂ ਦੇ ਵਿੱਚ ਸੁਰਖੀਆਂ ਲਵਾਉਣ ਜੋਗੇ ਹੋ। ਯੂ ਆਰ ਓਨਲੀ ਇੰਟਰਸਟਿਡ ਇਨ ਸਕੋਰਿੰਗ ਬ੍ਰੌਨੀ ਪੁਆਇੰਟਸ ਐਂਡ ਯੂ ਆਰ ਨਾਟ ਇੰਟਰਸਟਿਡ ਟੂ seriously resolve these politically burning issues of the state Punjab। ਇਹ ਅੱਜ ਦਾ ਮੇਰਾ ਮਸਲਾ ਸੀਗਾ ਕਿ ਠੀਕ ਲੱਗਦਾ ਤੈਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅੱਜ ਦੇ ਯੁੱਗ ਵਿੱਚ ਸਾਡਾ ਘਰ ਬਿਨਾਂ ਇਲੈਕਟ੍ਰੋਨਿਕ ਐਪਲਾਇੰਸਿਸ ਤੋਂ ਪੂਰਾ ਨਹੀਂ ਹੁੰਦਾ। ਮੋਬਾਈਲ ਫੋਨ, ਟੀਵੀ, ਏਸੀ, ਫ੍ਰਿਜ, ਵਾਸ਼ਿੰਗ ਮਸ਼ੀਨ। ਜੇਕਰ ਤੁਸੀਂ ਵੀ ਆਪਣੇ ਘਰ ਅਤੇ ਆਫਿਸ ਲਈ ਕੋਈ ਇਲੈਕਟ੍ਰੋਨਿਕ ਪ੍ਰੋਡਕਟ ਲੈਣਾ ਚਾਹੁੰਦੇ ਹੋ ਤਾਂ ਗੁਪਤਾ ਰੇਡੀਓ ਤੋਂ ਬਿਹਤਰ ਕੋਈ ਨਹੀਂ। ਗੁਪਤਾ ਰੇਡੀਓ ਤੁਹਾਡੇ ਲਈ ਲੈ ਕੇ ਆਇਆ ਹੈ ਵਰਲਡ ਲੀਡਿੰਗ ਬ੍ਰਾਂਡ ਵਿਦ ਬੈਸਟ ਟੈਕਨੋਲੋਜੀ ਪ੍ਰੋਡਕਟ ਜੋ ਤੁਹਾਡੀ ਲਾਈਫ ਸਟਾਈਲ ਨੂੰ ਬਣਾਏ ਆਸਾਨ ਤੇ ਸੁਵਿਧਾਜਨਕ। ਗੁਪਤਾ ਰੇਡੀਓ ਅਜਨਾਲਾ ਤੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਪ੍ਰੋਡਕਟਸ ਜਿਵੇਂ AC, ਕੂਲਰ, ਰੈਫਰੀਜਰੇਟਰ, LED, ਸਮਾਰਟ TV, ਮਿਕਸੀ, RO, ਪ੍ਰੈਸਾਂ, ਚਿਮਨੀਆਂ, CCTV, ਉਹ ਵੀ ਆਪਣੇ ਪਸੰਦੀਦਾ ਬ੍ਰਾਂਡ ਮਿਟਸੂਬਿਸ਼ੀ, ਹਾਇਰ, ਲੋਇਡ, ਹਿਟੈਚੀ, ਉਹ ਜਨਰਲ, ਗੋਦਰੇਜ ਤੇ ਸੁਜਾਤਾ ਦੇ ਵਿੱਚ। ਗੁਪਤਾ ਰੇਡੀਓ ਤੁਹਾਨੂੰ ਦਿੰਦਾ ਹੈ 0% ਵਿਆਜ ਦੀ ਸੁਵਿਧਾ। ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PGA ਇੰਡੀਆ ਨਿਊਜ਼।